जय भीम, जय भारत, नमो बुद्धाय। ਅੱਜ ਅਸੀਂ ਭਗਵਾਨ ਬੁੱਧ ਜੀ ਦੇ ਜੋ ਧਰਮ ਚੱਕਰ ਚਲਾਇਆ ਸੀ ਉਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਦੇਖ ਸਕਦੇ ਹਾਂ ਕਿ ਜੋ ਤਿਰੰਗੇ ਦੇ ਵਿੱਚ ਧਰਮ ਚੱਕਰ ਹੈ ਉਹ ਤਥਾਗਤ ਭਗਵਾਨ ਬੁੱਧ ਨੇ ਕਿਉਂ ਚਲਾਇਆ ਸੀ, ਔਰ ਉਹ ਅੱਜ ਤੱਕ ਸਾਡੇ ਬੋਧੀਸੱਤਵ ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਵੀ ਉਸ ਨੂੰ ਚਲਾਇਆ, ਉਸ ਦੇ ਬਾਰੇ ਸਾਡੇ ਲੋਕਾਂ ਨੂੰ ਸਮਝਾਇਆ, ਪਰ ਸਾਡੇ ਸਮਾਜ ਦੇ ਲੋਕਾਂ ਨੂੰ ਇਹ ਚੀਜ਼ ਸਮਝ ਨਹੀਂ ਆਈ। ਸੋ ਅੱਜ ਅਸੀਂ ਥੋੜ੍ਹੀ ਜਿਹੀ ਉਸ ਧਰਮ ਚੱਕਰ ਦੇ ਬਾਰੇ ਵਿਚਾਰ ਕਰਦੇ ਹਾਂ। ਤਥਾਗਤ ਭਗਵਾਨ ਬੁੱਧ ਜੀ ਨੇ ਮਨੁੱਖ ਦੇ ਕਲਿਆਣ ਲਈ ਧਰਮ ਚੱਕਰ ਚਲਾਇਆ ਸੀ। ਉਹਨਾਂ ਨੇ ਮਨੁੱਖ ਨੂੰ ਸਮਝਾਉਣ ਲਈ ਇਸ ਧਰਮ ਚੱਕਰ ਦਾ ਸਹਾਰਾ ਲਿਆ ਸੀ। ਇਸ ਧਰਮ ਚੱਕਰ ਵਿੱਚ 24 ਤੀਲੀਆਂ ਮਤਲਬ 24 ਲਾਈਨਾਂ ਹੁੰਦੀਆਂ ਆ। ਜੇਕਰ ਅਸੀਂ 24 ਤੀਲੀਆਂ ਦੀ ਵਿਸ਼ੇਸ਼ਤਾ ਨੂੰ ਜਾਣਾਂਗੇ ਤਾਂ ਹੀ ਸਾਨੂੰ ਇਸ ਧਰਮ ਚੱਕਰ ਤੋਂ ਲਾਭ ਹੋ ਸਕਦਾ ਹੈ, ਤਦ ਹੀ ਅਸੀਂ ਆਪਣੇ ਦੁੱਖਾਂ ਤੋਂ ਮੁਕਤੀ ਪਾ ਸਕਦੇ ਹਾਂ। ਧਰਮ ਚੱਕਰ ਨੂੰ ਜਾਣਨ ਤੋਂ ਬਿਨਾਂ ਕੋਈ ਵੀ ਇਨਸਾਨ ਆਪਣੇ ਵਿਕਾਰਾਂ ਨੂੰ ਸ਼ਾਂਤ ਨਹੀਂ ਕਰ ਸਕਦਾ। ਆਓ ਹੁਣ ਜਾਣਦੇ ਹਾਂ ਇਹਨਾਂ 24 ਤੀਲੀਆਂ ਦੀ ਵਿਸ਼ੇਸ਼ਤਾ। ਇਹ ਧਰਮ ਚੱਕਰ ਸਾਨੂੰ ਕੀ ਸਮਝਾਉਣਾ ਚਾਹੁੰਦਾ ਹੈ? ਜੋ ਤਥਾਗਤ ਬੁੱਧ ਜੀ ਨੇ ਮਾਨਵਤਾ ਦੇ ਕਲਿਆਣ ਲਈ ਚਲਾਇਆ ਸੀ ਅਤੇ ਬਾਅਦ ਵਿੱਚ ਅਸ਼ੋਕ ਸਮਰਾਟ ਜੀ ਨੇ ਇਸ ਚੱਕਰ ਨੂੰ ਗਤੀਮਾਨ ਰੱਖਿਆ, ਜਿਸ ਕਾਰਨ ਇਸ ਚੱਕਰ ਦਾ ਨਾਮ ਅਸ਼ੋਕ ਚੱਕਰ ਵੀ ਹੈ। ਸਾਡੇ ਦੇਸ਼ ਦੇ ਤਿਰੰਗੇ ਝੰਡੇ ਵਿੱਚ ਇਹ ਧਰਮ ਚੱਕਰ ਅਸ਼ੋਕ ਚੱਕਰ ਅਸੀਂ ਦੇਖ ਸਕਦੇ ਹਾਂ। ਆਓ ਸਮਝੀਏ ਕਿ ਇਹ ਚੱਕਰ ਕੀ ਹੈ। ਇਹ ਚੱਕਰ ਵਿੱਚ ਪਹਿਲੀਆਂ ਦੋ ਤੀਲੀਆਂ ਸਾਨੂੰ ਇਹ ਸਮਝਾ ਰਹੀਆਂ ਹਨ ਕਿ ਜੀਵਨ ਦੇ ਵਿੱਚ ਦੋ ਅਤੀਆਂ ਤੋਂ ਹਮੇਸ਼ਾ ਬਚਣਾ। ਜੋ ਇਨਸਾਨ ਇਹਨਾਂ ਅਤੀਆਂ ਵਿੱਚ ਫਸ ਜਾਵੇਗਾ ਉਹ ਧਰਮ ਚੱਕਰ ਗਤੀਮਾਨ ਨਹੀਂ ਕਰ ਸਕਦਾ, ਅਤੇ ਜੇਕਰ ਧਰਮ ਚੱਕਰ ਗਤੀਮਾਨ ਨਹੀਂ ਹੋਵੇਗਾ ਤਾਂ ਉਹ ਆਪਣੇ ਦੁੱਖਾਂ ਤੋਂ ਮੁਕਤੀ ਨਹੀਂ ਪ੍ਰਾਪਤ ਕਰ ਸਕਦਾ। ਇਹ ਦੋ ਅਤੀਆਂ ਕੀ ਆ? ਇਸ ਲਈ ਭਗਵਾਨ ਬੁੱਧ ਦੇ ਧਰਮ ਚੱਕਰ ਵਰਤਨ ਸੂਤਰ ਪੜ੍ਹਦੇ ਹਾਂ। उसके ਵਿੱਚ लिखा है, एवं में सुतन एकन समयन भगवा वाराणसी विहरती असी पत्ने मिगधाय तत्र को भगवा पंच बगिया विखू आमनते सी। तो मतलब है एवं में सुतन का मतलब है इस तरह मैं सुनिया, भाव कि जिसने भगवान बुद्ध तो ये गल सुनी सी उसने ये लिखिया कि ये मेरी सच्चाई नहीं है, मैं इसनूं भगवान बुद्ध तो ਜਾਂ ਕਿਸੇ ਤੋਂ ਸੁਣਿਆ ਸੀ। ਕੀ ਸੁਣਿਆ ਸੀ? ਏਕਨ ਸਮੇਂ ਭਗਵਾ ਵਾਰਾਣਸੀ ਵਿਹਰਤੀ ਅਸੀਂ ਪਤਨੇ ਮਿਗਧਾਏ, ਕਿ ਇੱਕ ਸਮੇਂ ਭਗਵਾਨ ਵਾਰਾਣਸੀ ਦੇ ਰਿਸ਼ੀ ਪਤਨ ਮਿਗਧਾਏ ਵਿੱਚ ਵਿਹਾਰ ਕਰਦੇ ਸੀ। ਤੱਤਰ ਕੋ ਭਗਵਾ ਪੰਚ ਬੱਗੀਆ ਵਿਖੂ ਆਮਨ ਤੇਜ ਸੀ। ਪਾਲੀ ਭਾਸ਼ਾ ਆ, ਇਹਦਾ ਪੰਜਾਬੀ ਚ ਅਰਥ ਆ ਉੱਥੇ ਭਗਵਾਨ ਨੇ ਪੰਚ ਵਰਗੀਆਂ ਭਿੱਖੂਆਂ ਨੂੰ ਸੰਬੋਧਿਤ ਕੀਤਾ, ਜਿਨ੍ਹਾਂ ਭਿੱਖੂਆਂ ਨੂੰ ਭਗਵਾਨ ਬੁੱਧ ਨੇ ਸਾਰਨਾਥ ਦੇ ਵਿੱਚ ਪਹਿਲਾ ਧਰਮ ਉਪਦੇਸ਼ ਦਿੱਤਾ ਸੀ। ਉਹਨਾਂ ਨੂੰ ਆਪਣੇ ਕੋਲ ਬੁਲਾਇਆ। ਫਿਰ ਇਹ ਪਾਲੀ ਭਾਸ਼ਾ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਦੋ ਅਤੀਆਂ ਦੇ ਬਾਰੇ ਦੱਸਿਆ। ਦਵੈਨਤਾ, ਉਹ ਕਹਿੰਦੇ ਦਵੈਨਤਾ ਦਵੈ ਮੈਂ ਵਿਖਵੇ ਅੰਤਾ ਪਬ ਜਤੇਨ ਨਾ ਸੇਬੀ ਤੱਬਾ ਕਤਮੇ ਦਵੈ, ਕਹਿੰਦੇ ਕਤਮੇ ਦਵੈ ਜੋ ਚਾਹੇ ਕਾਮੇਸੂ ਕਾਮ ਸੁਖਲੀ ਕਾਨੂ ਜੋਗੋ ਹੀਨੋ ਗੰਮੋ ਪੋਥੂ ਜਨਿਕੋ ਅਨਰਿयो ਅਨਥ ਸਾਹਿਤੋ ਜੋ ਚਾਹੇ ਅਤਿਕਲਮ थानु जोगो दुखो अनरियो अनाथ सहिता इते खो विखवे उबो अनत्ते अनुपगम मजिनमा पटिपदा तथा गमे अभिसमं बुद्धा चक्षुकरणी नानकरणी उपसमाय अभिनाय संबोधाय निबाणाय स्वतति। भगवान बुद्ध ने यह पाली भाषा दे विच उन्होंने कहा जो चाहे कामेसु काम सुखली कानू जोगो हिनो गमो। मतलब कि इन्हां दो अंतां तो भाव है कि एक वो इंसान जो सारी जिंदगी संसार के काम सुख भोगते रहते हैं ਜਾਂ ਭੋਗਣ ਦੇ ਲਈ ਹੀ ਦਿਨ ਰਾਤ ਉਪਰਾਲੇ ਕਰਦੇ ਹਨ। ਹਰੇਕ ਕੰਮ ਦੇ ਪਿੱਛੇ ਉਹਨਾਂ ਦਾ ਇਸ ਸੰਸਾਰ ਦਾ ਸਵਾਰਥ ਲੁਕਿਆ ਰਹਿੰਦਾ ਹੈ। ਉਹ ਨਿਰਵਾਣ ਤੱਕ ਨਹੀਂ ਪਹੁੰਚ ਸਕਦੇ ਕਿਉਂਕਿ ਉਹਨਾਂ ਦੇ ਅੰਦਰ ਰਾਗ ਦਾ ਜਨਮ ਪ੍ਰਤੀ क्षण ਹੁੰਦਾ ਰਹਿੰਦਾ ਹੈ। ਭਗਵਾਨ ਬੁੱਧ ਨੇ ਦੱਸਿਆ ਕਿ ਇੱਕ ਤਾਂ ਉਹ ਅਤੀ ਹੈ ਜਿਹੜੀ ਇਸ ਸੰਸਾਰ ਦੇ ਵਿੱਚ ਤੁਹਾਨੂੰ ਇਸ ਸੰਸਾਰ ਦੀਆਂ ਕਾਮਨਾਵਾਂ ਨੂੰ ਭੋਗਣ ਦੇ ਲਈ ਹੀ ਮਚਲਾਉਂਦੀ ਰਹਿੰਦੀ ਹੈ, ਔਰ ਜਿਹੜਾ ਵੀ ਇਨਸਾਨ ਇਸ ਸੰਸਾਰ ਦੀਆਂ ਕਾਮਨਾਵਾਂ ਨੂੰ ਪੂਰਾ ਕਰਨ ਦੇ ਲਈ ਲੱਗਾ ਹੋਇਆ ਹੈ ਉਹ ਕਦੀ ਵੀ ਨਿਰਵਾਣ ਤੱਕ ਨਹੀਂ ਪਹੁੰਚ ਸਕਦਾ, ਮਤਲਬ ਆਪਣੇ ਦੁੱਖਾਂ ਤੋਂ ਆਜ਼ਾਦ ਨਹੀਂ ਹੋ ਸਕਦਾ, ਕਿਉਂਕਿ ਉਹ ਪ੍ਰਤੀ क्षण ਰਾਗ ਨੂੰ ਜਨਮ ਦੇ ਰਿਹਾ ਹੁੰਦਾ ਹੈ। ਰਾਗ ਹੀ ਦੁੱਖ ਦਾ ਸਭ ਤੋਂ ਵੱਡਾ ਕਾਰਨ ਹੈ। ਅਤੇ ਦੂਸਰਾ ਉਹ ਇਨਸਾਨ ਹੈ ਜੋ ਲਗਾਤਾਰ ਭਗਤੀ ਕਰਦਾ ਰਹਿੰਦਾ ਹੈ, ਜੰਗਲਾਂ ਵਿੱਚ ਜਾ ਕੇ ਆਪਣੇ ਸਰੀਰ ਨੂੰ ਦੁੱਖ ਦਿੰਦਾ ਆ, ਸੰਸਾਰ ਤੋਂ ਲੁਕਦਾ ਆ, ਉਹ ਵੀ ਨਿਰਵਾਣ ਦੇ ਰਸਤੇ ਨਹੀਂ ਚੱਲ ਸਕਦਾ। ਭਗਵਾਨ ਬੁੱਧ ਨੇ ਨਿਰਵਾਣ ਪਾਉਣ ਲਈ ਬਹੁਤ ਹੀ ਸੌਖਾ ਰਸਤਾ ਦੱਸਿਆ ਸੀ। ਭਗਵਾਨ ਬੁੱਧ ਉਸ ਨੂੰ ਮੱਧ ਮਾਰਗ ਦਾ ਰਸਤਾ ਦੱਸਦੇ ਆ। ਭਗਵਾਨ ਬੁੱਧ ਕਹਿੰਦੇ ਆ
ਕਿ ਜਿਹੜਾ ਦੂਸਰੀ ਕਿਸਮ ਦਾ ਇਨਸਾਨ ਆ, ਜਿਹੜਾ ਆਪਣੇ ਆਪ ਨੂੰ ਦੁਨੀਆ ਤੋਂ ਲੁਕਾਉਂਦਾ ਆ, ਭੱਜਦਾ ਆ, ਆਪਣੇ ਸਰੀਰ ਨੂੰ ਤਰ੍ਹਾਂ ਤਰ੍ਹਾਂ ਦੁੱਖ ਦਿੰਦਾ ਆ, ਇਹ ਵੀ ਇੱਕ ਹੱਤੀ ਆ, ਅੱਤ ਆ। ਔਰ ਇਹ ਵੀ ਇਨਸਾਨ ਕਦੀ ਵੀ ਕੁਦਰਤ ਦੇ ਕਾਨੂੰਨ ਨੂੰ ਨਹੀਂ ਸਮਝ ਸਕਦਾ, ਨਿਰਵਾਣ ਨੂੰ ਨਹੀਂ ਪਾ ਸਕਦਾ, ਦੁੱਖਾਂ ਤੋਂ ਮੁਕਤੀ ਨੂੰ ਨਹੀਂ ਪਾ ਸਕਦਾ। ਇਸ ਲਈ ਭਗਵਾਨ ਬੁੱਧ ਨੇ ਇਹਨਾਂ ਦੋਨਾਂ ਦੇ ਵਿਚਕਾਰਲਾ ਰਸਤਾ ਦੱਸਿਆ, ਜਿਸ ਨੂੰ ਸਾਨੂੰ ਮੱਧਕ ਮਾਰਗ ਕਹਿੰਦੇ ਆ, ਕਿ ਨਾ ਤਾਂ ਇੱਧਰਲੇ ਪਾਸੇ ਜਾਣਾ, ਨਾ ਉੱਧਰਲੇ ਪਾਸੇ ਜਾਣਾ, ਵਿਚਕਾਰਲੇ ਪਾਸੇ ਰਹਿ ਕੇ ਹੀ ਅਸੀਂ ਇਸ ਦੁੱਖਾਂ ਦੇ ਚੱਕਰ ਨੂੰ ਪਾਰ ਕਰ ਸਕਦੇ ਹਾਂ। ਹੁਣ ਜਾਣਦੇ ਹਾਂ, ਪਹਿਲੇ ਦੋ ਅਤੀਆਂ ਬਾਰੇ ਸਮਝ ਲਿਆ ਸੀ। ਇਸ ਤੋਂ ਬਾਅਦ ਜਿਹੜੀਆਂ ਅਗਲੀਆਂ ਚਾਰ ਤੀਲੀਆਂ ਆ, ਉਹ ਹੈ ਚਾਰ ਆਰੀਆ ਸੱਚ। ਤਥਾਗਤ ਭਗਵਾਨ ਬੁੱਧ ਨੇ ਚਾਰ ਆਰੀਆ ਸੱਚਾਂ ਦੀ ਗੱਲ ਕੀਤੀ ਆ। 24 ਤੀਲੀਆਂ ਦੀ ਅਗਲੀਆਂ ਚਾਰ ਤੀਲੀਆਂ ਸਾਨੂੰ ਚਾਰ ਆਰੀਆ ਸੱਚਾਂ ਬਾਰੇ ਦੱਸਦੀਆਂ ਆ। ਆਰੀਆ ਸੱਚ ਤੋਂ ਭਾਵ ਹੁੰਦਾ ਹੈ ਇਸ ਦੁਨੀਆ ਦਾ ਉਹ ਸੱਚ ਜੋ ਹਰ ਇੱਕ ਇਨਸਾਨ ਤੇ ਲਾਗੂ ਹੁੰਦਾ ਹੈ, ਚਾਹੇ ਉਹ ਕਿਸੇ ਵੀ ਧਰਮ ਨੂੰ ਮੰਨਦਾ ਹੋਵੇ, ਕਿਸੇ ਵੀ ਦੇਸ਼ ਵਿੱਚ ਰਹਿੰਦਾ ਹੋਵੇ, ਜਾਂ ਕਿਸੇ ਵੀ ਰੂਪ ਰੰਗ ਦਾ ਹੀ ਕਿਉਂ ਨਾ ਹੋਵੇ। ਪਹਿਲਾ ਆਰੀਆ ਸੱਚ ਹੁੰਦਾ ਹੈ ਦੁੱਖ। ਚਾਰ ਆਰੀਆ ਸੱਚਾਂ ਦੇ ਵਿੱਚੋਂ ਜਿਹੜਾ ਸਭ ਤੋਂ ਪਹਿਲਾ ਆਰੀਆ ਸੱਚ ਹੈ ਉਹ ਹੈ ਦੁੱਖ। ਦੁੱਖ ਦੇ ਦਰਸ਼ਨ ਹਰੇਕ ਇਨਸਾਨ ਕਰਦਾ ਹੈ, ਚਾਹੇ ਉਹ ਗਰੀਬ ਹੋਵੇ ਜਾਂ ਅਮੀਰ, ਬ੍ਰਾਹਮਣ ਹੋਵੇ ਜਾਂ ਸ਼ੂਦਰ, ਗੋਰਾ ਹੋਵੇ ਜਾਂ ਕਾਲਾ, ਔਰਤ ਹੋਵੇ ਜਾਂ ਮਰਦ, ਦੇਸ਼ੀ ਹੋਵੇ ਜਾਂ ਵਿਦੇਸ਼ੀ, ਬੱਚਾ ਹੋਵੇ ਚਾਹੇ ਬੁੱਢਾ। ਭਾਵ ਕਿ ਹਰੇਕ ਇਨਸਾਨ ਦੁੱਖ ਦੇ ਦਰਸ਼ਨ ਇਸ ਸੰਸਾਰ ਦੇ ਵਿੱਚ ਜ਼ਰੂਰ ਕਰਦਾ ਹੈ। ਇਸ ਲਈ ਭਗਵਾਨ ਬੁੱਧ ਨੇ ਇਸ ਨੂੰ ਆਰੀਆ ਸੱਚ ਕਿਹਾ ਹੈ ਕਿ ਹਰ ਕਿਸੇ ਤੇ ਇਹ ਲਾਗੂ ਹੁੰਦਾ ਹੈ, ਇਹ ਸੱਚ ਹੈ। ਦੁੱਖ, ਹੁਣ ਦੁੱਖ ਨੂੰ ਕੀ ਦੱਸਿਆ ਭਗਵਾਨ ਬੁੱਧ ਨੇ? ਭਗਵਾਨ ਬੁੱਧ ਨੇ ਕਿਹਾ ਕਿ ਜਾਤੀ ਵੀ ਦੁੱਖਾ, ਜਰਾ ਵੀ ਦੁੱਖਾ, ਵਹਿਦੀ ਵੀ ਦੁੱਖੋ, ਮਰਣਮ ਵੀ ਦੁੱਖੰ, शोक परिदेव दुख दो मनस पाया सा भी दुखा, अपजेही संपजोगो भी दुखो, पजेही विपजोगो भी दुखो, जम्पी इच्छत ना लभती तम्पी दुखम। लास्ट में थे संकीर्तन पंच उपादान सकंदा दुखा। भगवान बुद्ध ने दुख की परिभाषा सी। भगवान ने कहा कि जाति भी दुखा, जरा भी दुखा, वैदी भी दुखा। जाति तो भाव है जन्म लेना। जो किसी भी इंसान ਦਾ ਬੱਚੇ ਦੇ ਰਾਹੀਂ ਸੰਸਾਰ ਵਿੱਚ ਜਨਮ ਹੁੰਦਾ ਹੈ, ਉਦੋਂ ਬੱਚਾ ਬਹੁਤ ਦੁਖੀ ਹੁੰਦਾ ਹੈ, ਅਤੇ ਉਸ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਵੀ ਉਸ ਸਮੇਂ ਦੁੱਖ ਦੇ ਹੀ ਦਰਸ਼ਨ ਕਰ ਰਹੀ ਹੁੰਦੀ ਹੈ। ਇਸ ਦੁੱਖ ਤੋਂ ਕੋਈ ਵੀ ਬੱਚਾ ਅਤੇ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਬਚ ਨਹੀਂ ਸਕਦੀ। ਅਸੀਂ ਦੇਖਦੇ ਹਾਂ ਅੱਜ ਕੱਲ੍ਹ ਤਾਂ ਔਰਤਾਂ ਜਦੋਂ ਬੱਚੇ ਨੂੰ ਜਨਮ ਦਿੰਦੀਆਂ ਹਨ ਤਾਂ ਉਹਨਾਂ ਔਰਤਾਂ ਦਾ ਆਪਰੇਸ਼ਨ ਹੁੰਦਾ ਹੈ, ਭਾਵ ਕਿ ਉਹਨਾਂ ਦੇ ਪੇਟ ਨੂੰ ਚੀਰ ਕੇ ਬੱਚੇ ਨੂੰ ਜਨਮ ਦਿੱਤਾ ਜਾਂਦਾ ਹੈ। ਔਰ ਅਸੀਂ ਸਮਝ ਸਕਦੇ ਹਾਂ ਕਿ ਉਸ ਸਮੇਂ ਉਸ ਔਰਤ ਦੇ ਨਾਲ ਕੀ ਬੀਤਦੀ ਹੋਵੇਗੀ, ਉਹ ਕਿੰਨੇ ਦੁੱਖ ਦੀ ਸਿਚੁਏਸ਼ਨ ਨੂੰ ਸਮਝ ਰਹੀ ਹੋਊਗੀ ਜਾਂ ਦੁੱਖ ਦੇ ਵਿੱਚੋਂ ਗੁਜ਼ਰ ਰਹੀ ਹੋਵੇਗੀ। ਮਤਲਬ ਕਿ ਉਸਦੇ ਮਨ ਦੇ ਵਿੱਚੋਂ ਦੁੱਖ ਦਾ ਜਨਮ ਹੀ ਹੁੰਦਾ ਹੋਵੇਗਾ। ਇਸ ਲਈ ਜਦੋਂ ਹੀ ਇਨਸਾਨ ਦਾ ਇਸ ਸੰਸਾਰ ਵਿੱਚ ਜਨਮ ਹੁੰਦਾ ਹੈ, ਉਦੋਂ ਤੋਂ ਹੀ ਦੁੱਖ ਉਸਦੇ ਨਾਲ ਪਰਛਾਵੇਂ ਵਾਂਗ ਜੁੜ ਜਾਂਦਾ ਹੈ। ਇਸ ਦੁੱਖ ਤੋਂ ਛੁਟਕਾਰਾ ਪਾਉਣ ਦਾ ਕਿਸੇ ਕੋਲ ਕੋਈ ਵੀ ਇਲਾਜ ਨਹੀਂ ਹੈ। ਇਸ ਲਈ ਭਗਵਾਨ ਬੁੱਧ ਨੇ ਆਰੀਆ ਸੱਚ ਵਿੱਚ ਦੁੱਖ ਨੂੰ ਹੀ ਪਹਿਲੇ ਨੰਬਰ ਤੇ ਰੱਖਿਆ ਹੈ। ਇਸ ਤਰ੍ਹਾਂ ਬੁੱਢੇ ਹੋਣਾ ਵੀ ਦੁੱਖ ਹੈ, ਬਿਮਾਰ ਹੋਣਾ ਵੀ ਦੁੱਖ ਹੈ, ਤੇ ਮਰਨਾ ਵੀ ਦੁੱਖ ਹੈ। ਸਭ ਤੋਂ ਵੱਡਾ ਦੁੱਖ ਮਰਨਾ ਵੀ ਹੈ, ਪਰ ਕੋਈ ਵੀ ਇਨਸਾਨ ਇਹਨਾਂ ਦੁੱਖਾਂ ਤੋਂ ਬਚਾ ਨਹੀਂ ਕਰ ਸਕਦਾ, ਕਿਉਂਕਿ ਇਹ ਆਰੀਆ ਸੱਚ ਹਨ। ਹਰ ਇੱਕ ਇਨਸਾਨ ਨੇ ਬੁੱਢੇ ਵੀ ਹੋਣਾ ਹੈ, ਬਿਮਾਰ ਵੀ ਹੋਣਾ ਹੈ, ਔਰ ਮਰਨਾ ਵੀ ਹੈ। ਕੋਈ ਹੈ ਜੋ ਤੁਹਾਨੂੰ ਇਹਨਾਂ ਚਾਰ ਆਰੀਆ ਸੱਚਾਂ ਤੋਂ ਬਚਾ ਸਕਦਾ ਹੈ? ਤਾਂ ਭਗਵਾਨ ਬੁੱਧ ਨੇ ਦੱਸਿਆ ਕੋਈ ਨਹੀਂ ਹੈ। ਪਰ ਫਿਰ ਵੀ ਇਨਸਾਨ ਇਹਨਾਂ ਦੁੱਖਾਂ ਤੋਂ ਬਚਣ ਲਈ ਦਿਨ ਪ੍ਰਤੀ ਦਿਨ ਉਪਾਅ ਕਰਦਾ ਰਹਿੰਦਾ ਹੈ, ਅਤੇ ਜਦੋਂ ਕੋਈ ਉਪਾਅ ਕਰਦਾ ਹੈ ਤਾਂ ਉਸ ਸਮੇਂ ਕਈ ਵਾਰ ਮਨ ਦੇ ਵਿੱਚ ਸ਼ੋਕ ਪੈਦਾ ਹੁੰਦਾ ਹੈ, ਟੈਨਸ਼ਨ ਹੁੰਦੀ ਹੈ, ਮਾਨਸਿਕ ਅਤੇ ਸਰੀਰਕ ਦੁੱਖ ਪੈਦਾ ਹੁੰਦੇ ਆ। ਸੰਸਾਰ ਵਿੱਚ ਕੁਝ ਦੋਸਤ ਅਤੇ ਕੁਝ ਦੁਸ਼ਮਣ ਬਣ ਜਾਂਦੇ ਆ। ਸੰਸਾਰ ਦੇ ਵਿੱਚ ਕੁਝ ਦੋਸਤ ਬਣ ਜਾਂਦੇ ਆ ਤੇ ਕੁਝ ਦੁਸ਼ਮਣ ਬਣ ਜਾਂਦੇ ਆ। ਜਿਹੜੇ ਸਾਡੀ ਇੱਛਾ ਪੂਰੀ ਕਰਨ ਵਿੱਚ ਸਾਥ ਸਹਿਯੋਗ ਕਰਦੇ ਆ, ਉਹ ਸਾਡੇ ਦੋਸਤਾਂ ਦੀ ਗਿਣਤੀ ਵਿੱਚ ਆ ਜਾਂਦੇ ਆ, ਅਤੇ ਜਿਹੜੇ ਸਾਡੇ ਇੱਛਾ ਦੇ ਰਸਤੇ ਵਿੱਚ ਰੋੜਾ ਬਣਦੇ ਆ, ਉਹ ਸਾਡੇ ਦੁਸ਼ਮਣਾਂ ਦੀ ਗਿਣਤੀ ਵਿੱਚ ਆ ਜਾਂਦੇ ਆ। ਸੋ ਇਸ ਤਰ੍ਹਾਂ ਬਾਅਦ ਵਿੱਚ ਅਪਜੇਹੀ ਸੰਪਜੋਗੋ ਵੀ ਦੁੱਖੋ, ਭਾਵ ਕਿ ਜਦੋਂ ਸਾਡੀ ਇੱਛਾ ਪੂਰੀ ਕਰਨ ਵਾਲੇ ਦੁਸ਼ਮਣਾਂ ਦੇ ਨਾਲ ਸਾਡਾ ਮਿਲਾਪ ਹੋ ਜਾਂਦਾ ਆ, ਤਾਂ ਫਿਰ ਸਾਡਾ ਮਨ ਉਸੇ ਸਮੇਂ ਹੀ ਦੁੱਖ ਨੂੰ ਜਨਮ ਦੇ ਦਿੰਦਾ ਆ। ਅਤੇ ਜਦੋਂ ਹੀ ਕੋਈ ਸਾਡਾ ਆਪਣਾ ਦੋਸਤ, ਰਿਸ਼ਤੇਦਾਰ, ਪਿਆਰਾ ਮਿੱਤਰ ਇਸ ਸੰਸਾਰ ਦੇ ਵਿੱਚੋਂ ਸਦਾ ਲਈ ਵਿਛੜ ਜਾਂਦਾ ਆ, ਤਦ ਵੀ ਮਨ ਵਿੱਚ ਦੁੱਖ ਦੀ ਹੀ ਉਤਪਤੀ ਹੁੰਦੀ ਆ, ਦੁੱਖ ਦਾ ਹੀ ਜਨਮ ਹੁੰਦਾ ਆ। ਤੁਸੀਂ ਇਸ ਚੀਜ਼ ਨੂੰ ਬਹੁਤ ਅੱਛੀ ਤਰ੍ਹਾਂ ਸਮਝ ਸਕਦੇ ਹੋ। ਇਹ ਦੋਸਤ ਅਤੇ ਦੁਸ਼ਮਣ ਤੁਹਾਡੀ ਇੱਛਾ ਕਾਰਨ ਹੀ ਪੈਦਾ ਹੁੰਦੇ ਹਨ ਇਸ ਸੰਸਾਰ ਦੇ ਵਿੱਚ। ਇਸ ਲਈ ਸਭ ਤੋਂ ਵੱਡਾ ਦੁੱਖ ਤਦ ਹੁੰਦਾ ਹੈ ਜਦੋਂ ਸਾਡੀ ਕੋਈ ਇੱਛਾ ਪੂਰੀ ਨਹੀਂ ਹੁੰਦੀ। ਹੁਣ ਜਦੋਂ ਦੋਸਤ ਅਤੇ ਦੁਸ਼ਮਣ ਸਾਡੀ ਇੱਛਾ ਦੇ ਕਾਰਨ ਹੁੰਦੇ ਆ, ਤੇ ਜਦੋਂ ਸਾਡੀ ਇੱਛਾ ਹੀ ਪੂਰੀ ਨਹੀਂ ਹੁੰਦੀ ਤਾਂ ਸਾਡਾ ਮਨ ਦੁਖੀ ਹੋ ਜਾਂਦਾ ਹੈ। ਇਹ ਸਾਰੇ ਦੁੱਖ ਮਨੁੱਖ ਦੇ ਨਾਲ ਪਰਛਾਵੇਂ ਦੇ ਵਾਂਗ ਚਿੰਬੜੇ ਰਹਿੰਦੇ ਆ। ਭਗਵਾਨ ਬੁੱਧ ਨੇ ਇਹਨਾਂ ਦੁੱਖਾਂ ਤੋਂ ਬਚਣ ਦਾ ਰਸਤਾ ਲੱਭਿਆ ਸੀ, ਤਦ ਹੀ ਉਹਨਾਂ ਨੇ ਆਪਣਾ ਘਰ-ਬਾਰ ਤਿਆਗਿਆ ਸੀ ਕਿ ਆਖਰਕਾਰ ਇਹ ਜਿਹੜੇ ਦੁੱਖ ਆ ਇਹ ਮਨੁੱਖ ਨੂੰ ਕਿਉਂ ਨਹੀਂ ਛੱਡਦੇ।
ਇਸ ਲਈ ਉਹਨਾਂ ਨੇ ਘਰ ਤੋਂ ਨਿਕਲ ਕੇ ਸਮਯ ਸਮੁੱਧੀ ਦੇ ਰਸਤੇ ਤੇ ਚੱਲ ਕੇ ਸਮਯ ਸਮੁੱਧੀ ਪ੍ਰਾਪਤ ਕੀਤੀ ਸੀ। ਹੁਣ ਅਸੀਂ ਪਹਿਲਾ ਆर्य ਸੱਚ ਦੇਖ ਲਿਆ ਕਿ ਪਹਿਲਾ ਆर्य ਸੱਚ ਦੁੱਖ ਹੈ, ਤਾਂ ਭਗਵਾਨ ਬੁੱਧ ਨੇ ਦੂਸਰਾ ਆर्य ਸੱਚ ਦੱਸਿਆ ਕਿ ਜੇਕਰ ਦੁੱਖ ਹੈ ਤਾਂ ਉਸ ਦੁੱਖ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੈ। ਭਾਵ ਕਿ ਦੁੱਖ ਸਮੁਦਯ ਹੋਤੀ, ਦੁੱਖ ਦਾ ਸਮੁਦਾਇ ਹੁੰਦਾ, ਦੁੱਖ ਕਿਸੇ ਕਾਰਨ ਨਾਲ ਬਣਦਾ ਹੈ। ਜੇਕਰ ਦੁੱਖ ਆर्य ਸੱਚ ਹੈ ਤਾਂ ਦੂਸਰਾ ਆर्य ਸੱਚ ਵੀ ਹੈ ਕਿ ਹਰੇਕ ਪ੍ਰਾਣੀ ਵਿੱਚ ਦੁੱਖ ਕਿਸੇ ਨਾ ਕਿਸੇ ਕਾਰਨ ਪੈਦਾ ਹੁੰਦਾ ਹੈ, ਦੁੱਖ ਆਪਣੇ ਆਪ ਜਨਮ ਨਹੀਂ ਲੈਂਦਾ। ਹੁਣ ਤੀਸਰਾ ਆर्य ਸੱਚ ਹੈ ਦੁੱਖ ਦਾ ਨਿਵਾਰਨ। ਜੇ ਦੁੱਖ ਦਾ ਕੋਈ ਕਾਰਨ ਆ, ਦੁੱਖ ਦੇ ਪੈਦਾ ਹੋਣ ਦਾ ਕੋਈ ਕਾਰਨ ਹੈ, ਤੇ ਉਸ ਦੁੱਖ ਦੇ ਕਾਰਨ ਨੂੰ ਖਤਮ ਕਰਨ ਦੇ ਲਈ ਕੋਈ ਨਿਵਾਰਨ ਵੀ ਹੈ। ਜੇਕਰ ਦੁੱਖ ਹੋਣ ਦਾ ਕੋਈ ਕਾਰਨ ਹੈ ਤਾਂ ਫਿਰ ਇਸ ਕਾਰਨ ਦਾ ਨਿਵਾਰਨ ਵੀ ਹੈ। ਕੋਈ ਵੀ ਕਾਰਨ ਅਜਿਹਾ ਨਹੀਂ ਹੈ ਕਿ ਉਸ ਦਾ ਨਿਵਾਰਨ ਨਾ ਹੋ ਸਕੇ। ਭਗਵਾਨ ਬੁੱਧ ਨੇ ਸਮਯ ਸਮੁੱਧੀ ਦੀ ਪ੍ਰਾਪਤੀ ਕਰਨ ਤੋਂ ਬਾਅਦ ਕਾਰਨ ਦਾ ਨਿਵਾਰਨ ਲੱਭਿਆ ਸੀ। ਅਤੇ ਚੌਥਾ ਆर्य ਸੱਚ ਹੈ ਦੁੱਖ ਦੇ ਨਿਵਾਰਨ ਕਰਨ ਦਾ ਰਸਤਾ। ਕਿ ਇਹ ਦੁੱਖ ਦਾ ਜਿਹੜਾ ਦੁੱਖ ਦਾ ਨਿਵਾਰਨ ਹੈ ਉਹਦਾ ਇੱਕ ਰਸਤਾ ਆ, ਉਹ ਰਸਤੇ ਨੂੰ ਅਸੀਂ ਪ੍ਰਾਪਤ ਕਰਨਾ। ਦੁੱਖ ਦਾ ਨਿਵਾਰਨ ਕਰਦਾ ਰਸਤਾ ਵੀ ਭਗਵਾਨ ਬੁੱਧ ਨੇ ਲੱਭ ਲਿਆ ਸੀ, ਜਿਸ ਤੇ ਕੋਈ ਵੀ ਮਨੁੱਖ ਚੱਲ ਕੇ ਆਪਣੇ ਦੁੱਖਾਂ ਤੋਂ ਮੁਕਤੀ ਪਾ ਸਕਦਾ ਹੈ। ਦੁੱਖ ਦੇ ਕਾਰਨ ਨੂੰ ਹੀ ਖਤਮ ਕਰਕੇ ਦੁੱਖ ਦਾ ਖਾਤਮਾ ਕੀਤਾ ਜਾ ਸਕਦਾ ਹੈ। ਜਿੰਨਾ ਚਿਰ ਇਨਸਾਨ ਨੂੰ ਦੁੱਖ ਨਿਵਾਰਨ ਦਾ ਰਸਤਾ ਪਤਾ ਨਹੀਂ ਲੱਗਦਾ, ਉਹ ਦੁੱਖ ਦੇ ਕਾਰਨ ਨੂੰ ਖਤਮ ਹੀ ਨਹੀਂ ਕਰ ਸਕਦਾ। ਫਿਰ ਚਾਹੇ ਉਹ ਕਿਸੇ ਗੁਰੂ ਦੀ ਜੈ ਜੈਕਾਰ ਕਰਦਾ ਰਹੇ, ਚਾਹੇ ਕਿਸੇ ਡੇਰੇ ਤੋਂ ਨਾਮਦਾਨ ਲੈ ਕੇ ਜਪਦਾ ਰਹੇ, ਕਿਸੇ ਦੇਵੀ ਦੇਵਤੇ ਦੀ ਅੰਧ ਭਗਤਾਂ ਵਾਂਗ ਭਗਤੀ ਕਰਦਾ ਰਹੇ, ਅੰਧ ਵਿਸ਼ਵਾਸ ਕਰਦਾ ਰਹੇ, ਜਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਡਾਲਰ ਪਾਉਂਡ ਕਮਾਉਂਦਾ ਰਹੇ, ਪਰ ਫਿਰ ਵੀ ਉਹ ਦੁੱਖ ਦੇ ਨਿਵਾਰਨ ਦਾ ਰਸਤਾ ਪ੍ਰਾਪਤ ਨਹੀਂ ਕਰ ਸਕਦਾ। ਦੁੱਖ ਦੇ ਨਿਵਾਰਨ ਦਾ ਰਸਤਾ ਪਤਾ ਹੋਣਾ ਸਾਡੇ ਸਭ ਸਮਾਜ ਲਈ ਜ਼ਰੂਰੀ ਹੈ, ਅਤੇ ਇਹ ਰਸਤਾ ਵੀ ਧੰਮ ਚੱਕਰ ਦੇ ਵਿੱਚ ਹੀ ਆਉਂਦਾ ਹੈ। 4 ਆर्य ਸੱਚਾਂ ਤੋਂ ਬਾਅਦ ਅਗਲੀਆਂ 8 ਤੀਲੀਆਂ ਨੂੰ ਅਸ਼ਟਾਂਗਿਕ ਮਾਰਗ ਕਹਿੰਦੇ ਹਨ। ਹੁਣ ਅਸੀਂ ਦੇਖਦੇ ਹਾਂ ਕਿ ਪਹਿਲੀਆਂ 2 ਤੀਲੀਆਂ ਜਿਹੜੀਆਂ ਸੀ ਉਹ 2 ਅਤੀਆਂ ਸੀ, 2 ਅਤ। ਅਗਲੀਆਂ 4 ਤੀਲੀਆਂ 4 ਆर्य ਸੱਚ ਔਰ ਅਗਲੀਆਂ 8 ਤੀਲੀਆਂ ਅਸ਼ਟਾਂਗਿਕ ਮਾਰਗ ਕਹਾਉਂਦੀਆਂ ਹਨ। ਪਹਿਲੇ 2 ਤੀਲੀਆਂ ਅਤੇ ਅਤੀਆਂ ਬਾਰੇ ਸਮਝਾਉਂਦੀਆਂ ਹਨ ਕਿ ਕਿਸੇ ਵੀ ਪ੍ਰਕਾਰ ਦਾ ਅਤ ਨਹੀਂ ਕਰਨੀ ਚਾਹੀਦੀ। ਅਗਲੀਆਂ 4 ਤੀਲੀਆਂ 4 ਆर्य ਸੱਚਾਂ ਬਾਰੇ ਦੱਸਦੀਆਂ, ਅਤੇ ਉਸ ਦੀਆਂ ਅਗਲੀਆਂ 8 ਤੀਲੀਆਂ ਅਸ਼ਟਾਂਗਿਕ ਮਾਰਗ ਬਾਰੇ ਦੱਸਦੀਆਂ, ਭਾਵ ਕਿ ਦੁੱਖਾਂ ਤੋਂ ਮੁਕਤੀ ਕਰਨ ਲਈ ਉਸ ਦੇ ਕਾਰਨ ਨੂੰ ਖਤਮ ਕਰਨ ਵਾਲਾ ਰਸਤਾ। ਇਹ ਵੀ ਆर्य ਹੀ ਸੱਚ ਹੈ, ਭਾਵ ਕਿ ਇਸ ਰਸਤੇ ਤੇ ਵੀ ਹਰੇਕ ਇਨਸਾਨ ਚੱਲ ਸਕਦਾ ਹੈ। ਇਹ ਰਸਤਾ ਕਿਸੇ ਖਾਸ ਲਈ ਰਖਮਾ ਨਹੀਂ ਹੈ। ਇਸ ਲਈ ਸਾਡੇ ਸਾਰੇ ਸਮਾਜ ਨੂੰ ਵੀ ਇਸ ਰਸਤੇ ਬਾਰੇ ਜਾਣਦੇ ਹੋਏ ਇਸ ਤੇ ਚੱਲਣਾ ਜ਼ਰੂਰੀ ਹੈ। ਇਸ ਨੂੰ ਤਥਾਕਥਨ ਨੇ ਮੱਧ ਮਾਰਗ ਕਿਹਾ ਹੈ। ਆਓ ਹੁਣ ਜਾਣਦੇ ਹਾਂ ਕਿ ਉਹ ਕਿਹੜਾ ਰਸਤਾ ਹੈ ਜਿਸ ਨੂੰ ਸਮਯ ਸਮੁੱਧੀ ਨੇ ਦੁੱਖਾਂ ਤੋਂ ਮੁਕਤੀ ਦਾ ਰਸਤਾ ਦੱਸਿਆ ਹੈ, ਜਿਸ ਨੂੰ ਅਸ਼ਟਾਂਗਿਕ ਮਾਰਗ ਜਾਂ ਮੱਧ ਮਾਰਗ ਕਹਿੰਦੇ ਹਨ। ਅਸ਼ਟਾਂਗਿਕ ਮਾਰਗ ਦੇ 8 ਅੰਗ ਹੁੰਦੇ ਹਨ। ਸਭ ਤੋਂ ਪਹਿਲਾ ਅੰਗ ਹੁੰਦਾ ਹੈ ਸਮਾ ਦਿਠੀ, ਮਤਲਬ ਕਿ ਸਮਯਕ ਦ੍ਰਿਸ਼ਟੀ। ਦੂਸਰਾ ਹੈ ਸਮਯਕ ਸੰਕਲਪ। ਤੀਸਰਾ ਹੈ ਸਮਯਕ ਵਾਚਾ, ਮਤਲਬ ਤੁਹਾਡੀ ਸਮਯਕ ਬਾਣੀ, ਸ਼ੁੱਧ ਬਾਣੀ। ਚੌਥਾ ਹੈ ਸਮਾ ਕਮੰਤੋ, ਭਾਵ ਕਿ ਸਮਯਕ ਕਰਮ। ਪੰਜਵਾਂ ਹੈ ਸਮਯਕ ਆਜੀਵਿਕਾ। ਛੇਵਾਂ ਹੈ ਸਮਯਕ ਵਿਆਮ, ਮਤਲਬ ਸਮਯਕ ਕਸਰਤ, ਮਨ ਦੀ ਕਸਰਤ। और 7वां है सम्यक सती, मतलब सम्यक जागरूकता चेतना। और 8वां है लास्टला सम्यक समाधि। इन्हां 8 मार्गां ते चल के असीं अपने दुखों तो मुक्ति प्राप्त कर सकते हैं। सम्यक दृष्टि, सम्यक संकल्प, सम्यक वाचा, सम्यक मनतो, सम्यक जीवा, सम्यक व्यायाम, सम्यक सती और सम्यक समाधि। ये 8 तीलियां भी इस धर्म चक्कर दे विच ही आउणियां आ। ये भगवान बुद्ध सानूं समझाउणा चाहुंदे सी। ਹੁਣ ਅਸੀਂ ਅਗਲੀ ਵੀਡੀਓ ਦੇ ਵਿੱਚ ਇਹਨਾਂ ਅਸ਼ਟਾਂਗਿਕ ਮਾਰਗ ਦੇ ਬਾਰੇ ਵਿੱਚ ਵਿਸਤਾਰ ਨਾਲ ਗੱਲ ਕਰਾਂਗੇ। ਸੋ ਇੰਨੀ ਗੱਲ ਸਮਝ ਲਓ ਕਿ ਇਹ ਧੰਮ ਚੱਕਰ ਹੀ ਸਾਨੂੰ ਇਸ ਦੁੱਖਾਂ ਤੋਂ ਮੁਕਤੀ ਪ੍ਰਾਪਤ ਕਰਵਾ ਸਕਦਾ ਹੈ। ਇਹ ਧੰਮ ਚੱਕਰ ਦੇ ਬਾਰੇ ਚੰਗੀ ਤਰ੍ਹਾਂ ਵਿਸਤਾਰ ਦੇ ਨਾਲ ਜਾਣੋ। ਇਸ ਦੇ ਬਾਰੇ ਕਿਤਾਬਾਂ ਛਪੀਆਂ, ਕਿਤਾਬਾਂ ਪੜ੍ਹੋ, ਔਰ ਇਹ ਅਸ਼ਟਾਂਗਿਕ ਮਾਰਗ ਬਾਰੇ ਪੂਰਨ तौर से जानकारी प्राप्त करो और इससे चलो और अपने दुख चक्कर तो मुक्ति प्राप्त करो। और बाबा साहब बोधिसत्व विश्व रतन बाबा साहब डॉक्टर भीमराव अंबेडकर जी का सुपना जरूर पूरा करो कि तुसीं अपने दुखों तो मुक्त हो सको। सो जय भीम, जय भारत, नमो बुद्धाय।